ਸਾਰਿਆਂ ਨੂੰ ਮੈਂ ਨਵਨੀਤ ਕੌਰ ਸਿੱਧੂ ਤੁਹਾਡਾ ਸਵਾਗਤ ਕਰਦੀ ਹਾਂ ਸਕਾਈ ਡ੍ਰੀਮ ਆਇਲਸ ਇੰਸਟੀਚਿਊਟ ਦੇ ਵਿੱਚ। ਅੱਜ ਆਪਾਂ ਨਿਊ ਪੋਰਸ਼ਨ ਡਿਸਕਸ ਕਰਾਂਗੇ ਦੈਟ ਇਜ਼ ਨੋਨ ਐਜ਼ ਅ ਪ੍ਰੈਜ਼ੈਂਟ ਪਰਫੈਕਟ ਟੈਂਸ। ਸਭ ਤੋਂ ਪਹਿਲਾਂ ਤਾਂ ਰਾਜੇ ਇਹਦਾ ਮੀਨਿੰਗ ਤੁਸੀਂ ਦੇਖੋ, ਜਿਵੇਂ ਮੈਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਤੁਹਾਨੂੰ ਡੈਫੀਨੇਸ਼ਨ ਕਰਾ ਕੇ ਇੱਕ ਟੈਂਸ ਨੂੰ ਪ੍ਰਪੇਅਰ ਕਰਵਾਇਆ, ਉਸੇ ਤਰੀਕੇ ਦੇ ਨਾਲ ਇਹ ਟੈਂਸ ਇੰਨਾ ਕਿ ਇੰਪੋਰਟੈਂਟ ਹੈ, ਤੁਹਾਡੇ ਬੈਂਡ ਸਕੋਰ ਨੂੰ ਡੈਫੀਨੇਟਲੀ ਬੂਸਟ ਕਰੂਗਾ। ਤੇ ਕਿਵੇਂ ਕਿੱਥੇ ਕਿੱਥੇ ਯੂਜ਼ ਕਰਨਾ ਹੈ ਉਹ ਵੀ ਸਾਰਾ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਹਦਾ ਪੰਜਾਬੀ ਦੇ ਵਿੱਚ ਪਰਪਸ ਕਰਦੇ ਹਾਂ ਕਿ ਪ੍ਰੈਜ਼ੈਂਟ ਪਰਫੈਕਟ ਟੈਂਸ ਹੈ ਜਿਹੜਾ, ਉਹਦਾ ਮੇਨ ਪਰਪਸ ਕੀ ਆ। ਤੁਸੀਂ ਦੇਖੋ ਸਾਰਿਆਂ ਨੇ ਮਤਲਬ ਆਲਮੋਸਟ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ ਵੀ ਚੁੱਕਾ ਹੈ, ਚੁੱਕੀ ਹੈ, ਠੀਕ ਹੈ, ਵੀ ਜਿਹੜੀ ਚੀਜ਼ ਆਪਾਂ ਕਰ ਚੁੱਕੇ ਹਾਂ ਉਹਦੇ ਵਿੱਚ ਚੁੱਕੇ ਹਨ, ਇਹਨਾਂ ਦੇ ਵਿੱਚ ਆਪਣੇ ਕੋਲੇ ਕੀ ਯੂਜ਼ ਹੁੰਦਾ, ਪ੍ਰੈਜ਼ੈਂਟ ਪਰਫੈਕਟ ਟੈਂਸ ਹੁੰਦਾ। ਦੇਖੋ ਰਾਜੇ ਜਿਹੜੀ ਚੀਜ਼ ਆਪਾਂ ਕਰ ਚੁੱਕੇ ਹਾਂ, ਇੱਕ ਤਾਂ ਉਹ ਹੋ ਗਿਆ ਦੈਟ ਇਜ਼ ਨੋਨ ਐਜ਼ ਅ ਪ੍ਰੈਜ਼ੈਂਟ ਪਰਫੈਕਟ ਟੈਂਸ। ਇੱਕ ਜਿਹੜੀ ਚੀਜ਼ ਆਪਾਂ ਨੇ ਕਰ ਲਈ ਉਹ ਕੀ ਸੀ ਆਪਣੇ ਕੋਲੇ, ਪਾਸਟ ਟੈਂਸ। ਫਿਰ ਇਹੋ ਜਿਹਾ ਕੀ ਹੋ ਗਿਆ ਕਿ ਜਿਹੜਾ ਪਾਸਟ ਟੈਂਸ ਦੇ ਵਿੱਚ ਆਪਾਂ ਐਕਸਪਲੇਨ, ਜਿਵੇਂ ਮੈਂ ਖਾਣਾ ਖਾ ਚੁੱਕੀ ਹਾਂ, ਆਈ ਹੈਵ ਈਟਨ ਫੂਡ ਹੋ ਗਿਆ, ਤੇ ਮੈਂ ਖਾਣਾ ਖਾ ਲਿਆ, ਆਈ ਏਟ ਫੂਡ ਆ ਗਿਆ। ਸੋ ਕੀ ਡਿਫਰੈਂਸ ਹੈ, ਕਿਉਂ ਆਪਣੇ ਕੋਲੇ ਪ੍ਰੈਜ਼ੈਂਟ ਪਰਫੈਕਟ ਟੈਂਸ ਆਇਆ, ਕਿਉਂ ਪਾਸਟ ਟੈਂਸ ਦੀ ਬਜਾਏ ਆਪਾਂ ਨੂੰ ਇਹਨੂੰ ਪ੍ਰੈਫਰੈਂਸ ਦੇਣੀ ਪੈਗੀ। ਜਦੋਂ ਪਾਸਟ ਟੈਂਸ ਦੇ ਵਿੱਚ ਉਹ ਚੀਜ਼ ਐਕਸਪਲੇਨ ਹੋ ਰਹੀ ਹੈ ਕਿ ਜਿਹੜੀ ਚੀਜ਼ ਆਪਾਂ ਨੇ ਕਰ ਲਈ, ਤੇ ਫਿਰ ਪ੍ਰੈਜ਼ੈਂਟ ਪਰਫੈਕਟ ਟੈਂਸ ਦਾ ਇਹੋ ਜਿਹਾ ਕੀ ਹੋ ਗਿਆ ਜਿਹੜੀ ਇਹਦੀ ਜ਼ਰੂਰਤ ਪੈ ਗਈ। ਇਹਦਾ ਮੇਨ ਪਰਪਸ ਕੀ ਹੈ, ਕਦੇ ਵੀ ਨਾ ਭੁੱਲਿਓ ਕਿ ਇਹਦਾ ਮੇਨ ਪਰਪਸ ਪਾਸਟ ਦੇ ਵਿੱਚ ਨਹੀਂ, ਕਿਉਂਕਿ ਪ੍ਰੈਜ਼ੈਂਟ ਲੱਗਿਆ, ਕਈ ਬੱਚਿਆਂ ਨੂੰ ਇਹਦਾ ਕਲੀਅਰ ਹੀ ਨਹੀਂ ਹੁੰਦਾ ਕਿ ਇਹਦਾ ਪਰਪਸ ਕੀ ਆ। ਸੋ ਹੁਣ ਦੇਖੋ ਤੁਸੀਂ ਧਿਆਨ ਦੇ ਨਾਲ ਕਿ ਜਿਹੜਾ ਪ੍ਰੈਜ਼ੈਂਟ ਹੈ ਉਹਦਾ ਪਰਪਸ ਹੈ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਕੰਮ ਆਪਾਂ ਨੇ ਕਰ ਲਏ ਬਟ ਉਹਦਾ ਐਕਸਪੀਰੀਅੰਸ ਕੋਲੇ ਹੁੰਦਾ, ਉੱਥੇ ਆਪਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਲਗਾਉਂਦੇ ਆ। ਕਿਵੇਂ ਭਲਾ, ਤੁਸੀਂ ਦੇਖੋ ਮੈਂ M.Tech ਫਿਨਿਸ਼ ਕੀਤੀ ਹੈ ਰੀਸੈਂਟਲੀ, ਆਈ ਹੈਵ ਕੰਪਲੀਟਿਡ ਮਾਈ ਮਾਸਟਰ ਆਫ ਟੈਕਨੋਲੋਜੀ ਇਨ ਇਨਫੋਰਮੇਸ਼ਨ ਟੈਕਨੋਲੋਜੀ। M.Tech ਤਾਂ ਮੇਰੀ ਹੋ ਗਈ, ਤਾਂ ਮੈਂ ਐਵੇਂ ਕਹਿ ਸਕਦੀ ਸੀ ਆਈ ਕੰਪਲੀਟਿਡ ਮਾਈ M.Tech। ਸੋ ਕੀ ਡਿਫਰੈਂਸ ਹੈ ਇਹਨਾਂ ਦੇ ਵਿੱਚ, M.Tech ਤੇ ਰਾਜੇ ਮੇਰੀ ਫਿਨਿਸ਼ ਹੋ ਗਈ ਪਰ ਉਹਦੇ ਸਰਟੀਫਿਕੇਟਸ, ਉਹਦਾ ਐਕਸਪੀਰੀਅੰਸ ਮੇਰੇ ਕੋਲੇ ਹੈ ਨਾ, ਸੋ ਦੈਟ ਇਜ਼ ਨੋਨ ਐਜ਼ ਅ ਪ੍ਰੈਜ਼ੈਂਟ ਟੈਂਸ। ਪਰਫੈਕਟ ਕੀ ਹੋ ਗਿਆ, ਪਾਸਟ 'ਚ ਜਿਹੜਾ ਕੰਮ ਮੈਂ ਕੀਤਾ। ਪ੍ਰੈਜ਼ੈਂਟ ਕੀ ਹੋ ਗਿਆ, ਜਿਹੜਾ ਉਹਦਾ ਮੇਰੇ ਕੋਲੇ ਐਕਸਪੀਰੀਅੰਸ ਹੈ ਤੇ ਉਹਦੇ ਜਿਹੜੇ ਸਰਟੀਫਿਕੇਟਸ ਮੇਰੇ ਕੋਲੇ ਆ। ਉਹਦਾ ਮੇਨ ਪਰਪਸ ਹੁੰਦਾ ਹੈ ਕਿ ਆਪਣੇ ਕੋਲੇ ਪ੍ਰੈਜ਼ੈਂਟ ਪਰਫੈਕਟ ਟੈਂਸ ਦੀ ਜਿਹੜੀ ਆਪਾਂ ਨੂੰ ਲੋੜ ਪੈਂਦੀ ਆ। ਤਾਂ ਬੱਚੇ ਕੀ ਕਹਿ ਦਿੰਦੇ ਆ, ਕਈ ਥਾਵਾਂ ਤੇ ਪਾਸਟ ਟੈਂਸ ਲਾ ਦੇਣਗੇ, ਕਈ ਥਾਵਾਂ ਤੇ ਇਹ ਲਾ ਦੇਣਗੇ, ਕਹਿਣਗੇ ਮੈਡਮ ਪਰਪਸ ਸੇਮ ਹੈ। ਨੋ ਡਾਊਟ ਪਰਪਸ ਇਜ਼ ਅ ਸੇਮ ਬਟ ਦੇਅਰ ਇਜ਼ ਅ ਲਿਟਲ ਬਿਟ ਡਿਫਰੈਂਸ, ਕਿਉਂਕਿ ਪ੍ਰੈਜ਼ੈਂਟ ਲੱਗਿਆ ਤਾਂ ਪ੍ਰੈਜ਼ੈਂਟ ਨੂੰ ਪ੍ਰੈਫਰੈਂਸ ਵੀ ਤਾਂ ਦੇਣੀ ਆ। ਤਾਂ ਫਿਰ ਆਪਾਂ ਨੂੰ ਪਤਾ ਲੱਗ ਗਿਆ ਕਿ ਪ੍ਰੈਜ਼ੈਂਟ ਟੈਂਸ ਹੈ ਜਿਹੜਾ ਪ੍ਰੈਜ਼ੈਂਟ ਪਰਫੈਕਟ ਟੈਂਸ ਹੈ, ਵੀ ਉਹਦੇ ਵਿੱਚ ਕੀ ਹੁੰਦਾ, ਜਿਹੜੀ ਚੀਜ਼ ਆਪਾਂ ਨੇ ਕਰ ਲਈ, ਕਰ ਚੁੱਕੇ ਆ ਪਰ ਉਹਦਾ ਐਕਸਪੀਰੀਅੰਸ ਆਪਣੇ ਕੋਲੇ ਆ। ਤੇ ਐਗਜ਼ਾਮੀਨਰ ਇਹਦੇ ਵਿੱਚ ਕੁਐਸਚਨ ਤੁਹਾਨੂੰ ਫਾਈਨਲੀ ਪੁੱਛੂਗਾ ਤੇ ਉਹ ਮਤਲਬ ਸਟੂਡੈਂਟ ਨੂੰ ਆਇਡੈਂਟੀਫਾਈ ਨਹੀਂ ਹੁੰਦਾ ਕਿ ਕਿਹੜਾ ਟੈਂਸ ਹੈ, ਜਿਹਦੇ ਕਰਕੇ ਐਗਜ਼ਾਮੀਨਰ ਤੁਹਾਡੇ ਗ੍ਰਾਮੈਟੀਕਲ ਸਕਿੱਲ ਦੇ ਵਿੱਚ ਟੈਂਸਿਸ ਦੇ ਮਾਰਕਸ ਹੀ ਕੱਟ ਦੂਗਾ। ਤਾਂ ਕਰਕੇ ਹੁਣ ਮੈਂ ਹੋਪ ਕਰਦੀ ਹਾਂ ਕਿ ਇਹ ਤਾਂ ਕਲੀਅਰ ਹੋ ਗਿਆ ਕਿ ਜਿਹੜਾ ਆਪਣੇ ਕੋਲੇ ਜਿਹੜੀ ਚੀਜ਼ ਆਪਾਂ ਕਰ ਚੁੱਕੇ ਆ ਪਰ ਉਹਦਾ ਐਕਸਪੀਰੀਅੰਸ ਕੋਲੇ ਆ, ਉੱਥੇ ਆਪਣੇ ਕੋਲੇ ਕੀ ਯੂਜ਼ ਹੋਊਗਾ, ਪ੍ਰੈਜ਼ੈਂਟ ਪਰਫੈਕਟ ਟੈਂਸ ਯੂਜ਼ ਹੋਊਗਾ। ਤਾਂ ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਆਪਾਂ ਨੇ ਤਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਵਿੱਚ ਆਪਾਂ ਹੁਣ ਕਿਵੇਂ ਕਰਨਾ ਹੈ, ਤੁਸੀਂ ਦੇਖੋ ਰੀਸੈਂਟਲੀ ਕਈ ਜਿਹੜੇ +2 ਆਲਮੋਸਟ ਜਿਹੜੇ ਆਇਲਸ ਕਰਦੇ ਆ ਬੱਚੇ, ਉਹ +2 ਕੰਪਲੀਟ ਕਰਨ ਵਾਲੇ ਹੀ ਹੁੰਦੇ ਆ। ਆਲਮੋਸਟ ਉਹਨਾਂ ਨੇ +2 ਕੀਤੀ ਹੁੰਦੀ ਆ, ਉਸ ਤੋਂ ਬਾਅਦ ਗੋ ਵਿਦ ਆਇਲਸ, ਠੀਕ ਹੈ, ਬਿਕੋਜ਼ ਦੇ ਆਲਸੋ ਹੈਵ ਐਂਬੀਸ਼ਨ ਇਨ ਆਰਡਰ ਟੂ ਗੋ ਟੂ ਅਬਰੋਡ, ਠੀਕ ਹੈ। ਤਾਂ ਤੁਸੀਂ ਦੇਖੋ ਰੀਸੈਂਟਲੀ ਆਈ ਹੈਵ ਕੰਪਲੀਟਿਡ ਮਾਈ ਸੀਨੀਅਰ ਸੈਕੰਡਰੀ। ਐਗਜ਼ਾਮੀਨਰ ਤੁਹਾਨੂੰ ਪੁੱਛੂਗਾ ਕਿ ਵਟ ਆਰ ਯੂ ਡੂਇੰਗ ਇਨ ਦੀਸ ਡੇਜ਼, ਠੀਕ ਹੈ, ਕਿ ਤੁਸੀਂ ਹੁਣ ਕਰ ਕੀ ਰਹੇ ਹੋ, ਕੀ ਤੁਸੀਂ ਕੀਤਾ ਹੈ, ਤਾਂ ਕੀ ਤੁਸੀਂ ਕਰ ਰਹੇ ਹੋ। ਤਾਂ ਉਹਦੇ ਵਿੱਚ ਤੁਸੀਂ ਕਿਵੇਂ ਦੇਣਾ, ਜਿਵੇਂ ਆਪਾਂ ਕੰਟੀਨਿਊਸ ਟੈਂਸ ਕੀਤਾ ਸੀ ਨਾ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਸੀ ਕਿ ਐਗਜ਼ਾਮੀਨਰ ਤੁਹਾਨੂੰ ਪੁੱਛੂਗਾ ਆਰ ਯੂ ਸਟੂਡੈਂਟ ਔਰ ਡੂ ਯੂ ਹੈਵ ਅ ਜੌਬ। ਤੁਸੀਂ ਕੀ ਕਹਿਣਾ, ਰੀਸੈਂਟਲੀ ਆਈ ਹੈਵ ਕੰਪਲੀਟਿਡ ਮਾਈ ਸੀਨੀਅਰ ਸੈਕੰਡਰੀ। ਕਈ ਬੱਚੇ ਇੱਥੇ ਵੀ ਬਹੁਤ ਵੱਡੀ ਮਿਸਟੇਕ ਕਰਦੇ ਆ, +2 ਕਹਿ ਦੇਣਗੇ ਕਿ ਮੈਂ +2 ਕੀਤੀ ਹੈ, +2 ਗ੍ਰੇਡ ਕਹਿ ਦੇਣਗੇ। ਰਾਜੇ ਇਟ ਇਜ਼ ਅ ਇੰਟਰਨੈਸ਼ਨਲ ਟੈਸਟ, ਉਹਦੇ ਵਿੱਚ ਉਹਨਾਂ ਨੂੰ +2 ਦਾ ਕੁਝ ਵੀ ਨਹੀਂ ਪਤਾ ਹੁੰਦਾ, ਜਿਹਦੇ ਕਰਕੇ ਤੁਹਾਡੀ ਜਿਹੜੀ ਸਪੀਕਿੰਗ ਆ ਉਹ ਇਨਫੋਰਮਲ ਪੋਰਸ਼ਨ ਦੇ ਵਿੱਚ ਚਲੇ ਜਾਂਦੀ ਹੈ ਤੇ ਤੁਹਾਡੇ ਮਾਰਕਸ ਹੈ ਜਿਹੜੇ ਉਹ ਲੂਜ਼ ਹੋ ਜਾਂਦੇ ਆ। ਬੱਚੇ ਕਹਿੰਦੇ ਆ ਮੇਰੀ ਸਪੀਕਿੰਗ ਇੰਨੀ ਵਧੀਆ ਬਟ ਮੈਮ ਮਾਰਕਸ ਨਹੀਂ ਆਏ, ਰੀਜ਼ਨ ਬਿਹਾਈਂਡ ਆਹ ਵਾਲਾ ਪੋਰਸ਼ਨ, ਕਿਉਂਕਿ ਉਹਨਾਂ ਨੂੰ ਟੈਂਸਿਸ ਦੀ ਵੇਰੀਏਸ਼ਨ ਹੀ ਨਹੀਂ ਪਤਾ ਹੁੰਦੀ, ਤਾਂ ਆਨਸਰ ਉਹ ਆਪਦੇ ਅਕੋਰਡਿੰਗ ਦੇ ਦਿੰਦੇ ਆ। ਦੈਟਸ ਵਾਈ ਐਗਜ਼ਾਮੀਨਰ ਤੁਹਾਡੇ ਮਾਰਕਸ ਹੈ ਜਿਹੜੇ ਉਹ ਡਿਡਕਟ ਕਰ ਲੈਂਦਾ। ਤਾਂ ਹੁਣ ਆਪਣੇ ਕੋਲੇ ਕੀ ਸੀ, ਆਰ ਯੂ ਸਟੂਡੈਂਟ ਔਰ ਡੂ ਯੂ ਹੈਵ ਅ ਜੌਬ। ਤੁਸੀਂ ਕੀ ਕਹਿਣਾ ਹੈ, ਰੀਸੈਂਟਲੀ ਆਈ ਹੈਵ ਕੰਪਲੀਟਿਡ ਮਾਈ ਸੀਨੀਅਰ ਸੈਕੰਡਰੀ। ਜਿਹੜਾ ਜੇ ਤੁਸੀਂ ਸੀਨੀਅਰ ਸੈਕੰਡਰੀ ਨਹੀਂ, ਬੈਚਲਰ ਵਾਲੇ ਬੱਚੇ ਹੋ, BA ਵਗੈਰਾ ਕਦੇ ਵੀ ਨਹੀਂ ਕਹਿਣਾ, ਬੈਚਲਰ ਆਫ ਆਰਟ, ਬੈਚਲਰ ਆਫ ਟੈਕਨੋਲੋਜੀ, ਠੀਕ ਹੈ, ਜੋ ਵੀ ਤੁਸੀਂ ਕੀਤਾ ਉਹਦੀ ਬੈਚਲਰ ਨੂੰ ਤੁਸੀਂ ਐਕਸਪਲੇਨ ਕਰਨਾ ਪ੍ਰੋਪਰ ਫੁੱਲ ਫਾਰਮ ਦੇ ਵਿੱਚ। ਫਿਰ ਉਸ ਤੋਂ ਬਾਅਦ ਤੁਸੀਂ ਕੀ ਕਹੋਗੇ, ਨਾਓ ਡੇਜ਼ ਆਈ ਐਮ ਵਰਕਿੰਗ ਔਨ ਮਾਈ ਕਮਿਊਨੀਕੇਸ਼ਨ ਸਕਿੱਲਸ। ਚਲੋ ਜੀ, ਆਈਲੈਟਸ ਦੇ ਵਿੱਚ ਜਿਹੜਾ ਐਗਜ਼ਾਮੀਨਰ ਫਾਈਨਲੀ ਤੁਹਾਨੂੰ ਕੁਐਸਚਨ ਪੁੱਛੂਗਾ ਉਹਦਾ ਬਹੁਤ ਹੀ ਵਧੀਆ ਤਰੀਕੇ ਨਾਲ ਆਨਸਰ ਤਿਆਰ ਹੋ ਗਿਆ। ਕਿਵੇਂ,
कि रिसेंटली आई हैव कंप्लीटेड माई सीनियर सेकेंडरी ਜਾਂ माई बैचलर्स, नाउ डेज आई एम वर्किंग ऑन माई कम्युनिकेशन स्किल्स। इस तरीके नाल ਤੁਹਾਡਾ ਜਿਹੜਾ क्वेश्चन है एग्जामिनर ਦਾ ਉਹ क्लीयर हो जाऊगा। ਹੁਣ ਉਹਨੇ ਆਪਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਜਿਹੜੇ क्वेश्चन एग्जामिनर ਨੇ ਤੁਹਾਨੂੰ ਕਰਨੇ ਆ ਉਹਦੇ ਵਿੱਚ ਕਿਵੇਂ ਪੁੱਛੂਗਾ ਉਹ ਤੁਹਾਨੂੰ ਪੁੱਛੂਗਾ ਕਿ हैव यू एवर कि तुसी कदे, ठीक है, हैव यू एवर विजिटेड टू एनी आर्ट गैलरी, कि तुसी किसी आर्ट गैलरी दे विच विजिट किया, ਜਾਂ फिर तुसी ਤੁਹਾਨੂੰ कह दूगा कि हैव यू एवर टू डू दिस, कदे तुसी आ काम किया ਤਾਂ ਉਹ ਚੀਜ਼ ਤੁਹਾਨੂੰ एक्सप्लेन करूगा। ਤਾਂ ਇਸ ਤਰੀਕੇ ਦਾ ਜਿਹੜਾ ਆਨਸਰ ਹੈ ਆਲਮੋਸਟ ਸਟੂਡੈਂਟ ਗਲਤ ਦੇ ਕੇ ਆਉਂਦੇ ਆ। हैव यू एवर विजिटेड टू एनी आर्ट गैलरी, कि तुसी किसी आर्ट गैलरी ਦੇ ਵਿੱਚ विजिट किया। ਜੇ ਤੁਹਾਡਾ पॉजिटिव आंसर है ਤਾਂ ਤੁਸੀਂ ਕੀ ਕਰਨਾ है, यस आई हैव विजिटेड टू आर्ट गैलरी, it is situated in Bathinda. I visited there last Sunday with my friends because there was one of the exhibition, ठीक है, which was organized by the local authority of the art gallery। चलो ये तो हो गया yes ਦਾ आंसर। उस तो बाद चलते हैं ਆਪਾਂ नेगेटिव पोर्शन ਦੇ ਵਿੱਚ। नेगेटिव पोर्शन है ਜਿਹੜਾ ਉਹਦੇ ਵਿੱਚ ਤੁਹਾਨੂੰ क्वेश्चन ਕਿਵੇਂ ਆਊਗਾ, मतलब ਤੁਸੀਂ कहता भी कदे आर्ट गैलरी ਦੇ ਵਿੱਚ ਤੁਸੀਂ ਗਏ ਨਹੀਂ, सो नेगेटिव आंसर देना है। नो आई हैव नॉट कदे नहीं आना, की आऊगा आई हैव नेवर, क्योंकि एवर का मतलब होंगे कदे, ठीक है, नेवर का मतलब होंगे कदे नहीं, भी मैं कदे भी नहीं गया, ठीक है। नो आई हैव नेवर विजिटेड टू एनी आर्ट गैलरी, ठीक है। होर किस तरह के क्वेश्चन, हैव यू एवर गिवन द मनी टू द चैरिटी, हैव यू एवर गिवन द मनी टू एनी वन। No, I have never given the money to anyone because as I'm a student I don't have any kind of source in order to earn, so that's why I have never given the money to anyone। इदां दा क्वेश्चन पूछ सकदा। उस तो बाद और किस तरह का क्वेश्चन पूछूगा थानू कि हैव यू एवर, की तुसी कदे, हैव यू एवर विजिटेड टू, ਤਾਂ ਤੁਸੀਂ ਉਹਦੇ ਵਿੱਚ ਕੀ ਯੂਜ਼ ਕਰੋਗੇ ਕਿ ਯੈਸ ਆਈ ਹੈਵ ਵਿਜ਼ਿਟਡ ਟੂ ਦ ਮਿਊਜ਼ੀਅਮ, ਜੇ ਨਹੀਂ ਗਏ ਆਈ ਹੈਵ ਨੈਵਰ ਲਾਵਾਂਗੇ ਰਾਜੇ, ਨੋਟ ਨਹੀਂ ਲਾਵਾਂਗੇ। ਹੋਪ ਕਰਦੀ ਹਾਂ ਪ੍ਰੋਪਰਲੀ ਸਮਝ ਆਇਆ ਹੋਊਗਾ ਕਿਉਂਕਿ ਇਟ ਇਜ਼ ਵੈਰੀ ਇੰਪੋਰਟੈਂਟ। ਤੇ ਇਹਨੂੰ मतलब एग्जामिनर ने थोड़े मार्क्स डिडक्ट इत्थों ही करने स्टार्ट कर देने, क्योंकि ये टेंस बारे क्वेश्चन थोड़ा पूछूगा, थोड़ा पता नहीं लगना, तो एग्जामिनर ने जल्दी ही पछाण जाना कि थोड़ा इस टेंस की नॉलेज बिल्कुल भी नहीं हैगी, दैट्स वाई वो मार्क्स नहीं दूगा। एक अपने को आता है राजे टास्क 1, टास्क 1 ਦੇ ਵਿੱਚ ਕੀ ਹੁੰਦਾ ਆਪਣੇ ਕੋਲੇ ਗ੍ਰਾਫਿਕਲ ਪੋਰਸ਼ਨ ਹੁੰਦਾ। ਗ੍ਰਾਫਿਕਲ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ, ਮੰਨ ਲਓ ਉਹਦੇ ਵਿੱਚ ਕੋਈ ਡਾਟਾ ਦਿੱਤਾ ਗਿਆ, ਉਹਦੇ ਵਿੱਚ ਐਂ ਕੀਤਾ ਕਿ ਇੰਨੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ, ठीक है, जिवें आपां कह दईए 200 स्टूडेंट ने पार्टिसिपेट किया, तो उहदे विच भी तुसीं ये चीज़ यूज़ कर सकते हो। 200 कैंडीडेट्स हैव टेकन पार्ट, जां फिर की आ जाऊगा हैव पार्टिसिपेटेड, ठीक है, इन वर्क, कोई भी वर्क हो सकता है, कोई भी हो सकता है, किसी भी तरह का कोई भी डाटा थोनों आऊगा, तो वो ये वाला जो पोर्शन है उन्होंने एक्सप्लेन कर सकते हो। प्रेजेंट परफेक्ट का बहुत इंपॉर्टेंट रोल है अपने जोड़ा आइल्स की राइटिंग। पास्ट परफेक्ट टेंस दे विच कोई इन्ना ज़्यादा आपां नूं पोर्शन नहीं आता, तो ना ही ये इन्ना ज़्यादा यूज़ होवे, बट थोड़ा जिहा जिहड़ा पोर्शन है ऑलमोस्ट आपां गल्लां बातां दे विच यूज़ करते हैं, तो जां फिर क्यू कार्ड दे विच भी यूज़ कर लैंदे हैं। ਇਹਦਾ ਕੀ ਪਰਪਸ ਹੈ ਕਿ ਜਿਹੜੀ ਚੀਜ਼ ਆਪਾਂ ਕਰ ਚੁੱਕੇ ਸੀ, ਜਿਵੇਂ ਆਪਾਂ ਕਹਿ ਦਈਏ ਵੀ ਉਹ ਚੀਜ਼ ਵਾਪਸ ਨਹੀਂ ਆਊਗੀ, ਉਹ ਚੀਜ਼ ਆਪਾਂ ਕਰ ਚੁੱਕੇ ਸੀਗੇ। ਜਿਵੇਂ ਤੁਸੀਂ ਕਹਿ ਦੋਗੇ ਕਿ मतलब यार मैं तेरे घरे आया तू है ना चला ही गया, तो फिर तुसी की कहोगे वैन यू विजिटेड टू माई हाउस आई हैव गॉन, मैं जा चुकिया सीगा, ठीक है, एंड आई हैव हैड रीच्ड, मैं जा चुका, आई हैड गॉन एंड आई हैड रीच्ड टू माई वर्क प्लेस, अदरवाइज आई केम बैक एट होम, ठीक है, अदरवाइज मैं की है घरे वापस आ जाता, मैं अपने वर्क प्लेस ते पहुँच चुकिया सी, बट जे तू मैनू पहला कॉल करदा मैं आपदे घरे है जिहड़ा वो वापस आ जाता। तो इस तरह के जिहड़े सेंटेंसिस है वो आपां यूज़ करते हैं। तो एक सर्वे दे विच आपां ऐ कह दांगे कि मतलब 2000 दे विच जिहड़े लोकी आ वो पार्टिसिपेट कर चुके सी, की आ जाऊगा पीपल हैड participated in games in 2000,
2000 ਦੇ ਵਿੱਚ ਜਿਹੜੇ ਲੋਕ ਹੈ ਉਹ ਕੀ ਹੈ ਗੇम्स ਦੇ ਵਿੱਚ ਪਾਰਟਿਸਿਪੇਟ ਕਰ ਚੁੱਕੇ ਸੀਗੇ। इस तरीके दे नाल आपां इहनूं यूज़ करांगे, थोड़ा बहुता उहदे विच भी यूज़ कर सकते हैं। जिहड़ा टास्क 1 आपां पहलां डिस्कस किया, क्योंकि उहदे विच जे लॉन्ग टर्म दे विच काफ़ी पुराना ईयर आ जाए तो उत्थे तुसीं कह सकते हो भी इन्ने साल दे विच इह लोकां दे विच हो चुके सी। जिवें आपां कह दांगे कि 2000 दे विच काफ़ी हद तक कंट्री दे विच सुधार हो चुकिया सी, जां सफिस्टिकेशन इन टैक्नोलॉजी ने काफ़ी ज़्यादा इन्वेंशनस कर चुकियां सीगियां। तां फिर की आ जाऊगा मैनी मतलब द सफिस्टिकेशन इन टैक्नोलॉजी हैड मेड अ लॉट ऑफ इन्वेंशनस, बहुत सारिया इन्वेंशनस बनाइया, ठीक है, बहुत सारिया डिस्कवरीज कीतियां, तां उन्हां नूं आपां एक्सप्लेन कर सकते हैं किहड़े टेंस दे विच, पास्ट परफेक्ट टेंस दे विच। हुण आ गया जी अपने कोले फ्यूचर परफेक्ट टेंस। ये मतलब ऑलमोस्ट रेयर केसिस दे विच भी नहीं यूज़ हुंदा। फ्यूचर परफेक्ट दे विच की हुंदा, जिहड़ी चीज़ कर चुके होवांगे, ठीक है, वो आपां कदे भी एक्सप्लेन नहीं करते। इहदे विच की यूज़ हुंदा है सब्जैक्ट विल हैव प्लस वर्ब दी थर्ड फॉर्म प्लस अपने को की आ जाऊगा ऑब्जेक्ट वाला पोर्शन आ जाऊगा। इनू आप ना तो रोजमर्रा की जिंदगी यूज़ करिए, ना ही ये टेंस अपनी राइटिंग और स्पीकिंग किसी बेसिस से यूज़ होंगे। ये तो जस्ट रूल रेगुलेशनस देख लो। अगर तुसी कोई एंट्रेंस एग्जाम देना तो वो कई बार ट्रांसलेशन के पोर्शन आ सकता है, तो उस तरीके दे नाल तुसी रूल रेगुलेशनस नूं थोड़ा मतलब ग्लैरीफाई रखियो, ਤਾਂ ਜੋ ਤੁਹਾਨੂੰ मतलब ਉੱਥੇ ਜਿਹੜਾ ਤੁਹਾਡਾ ਐਗਜ਼ਾਮੀਨੇਸ਼ਨਸ ਵਗੈਰਾ ਹੋਊਗੀ, ਜਿਹੜਾ ਐਂਟਰੈਂਸ ਐਗਜ਼ਾਮ ਨੈਸ਼ਨਲ ਲੈਵਲ ਤੇ ਹੋਊਗਾ ਤੁਹਾਡਾ, ਉਹਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਹੋਪ ਕਰਦੀ ਹਾਂ ਕਿ ਅੱਜ ਜਿਹੜਾ ਪਰਫੈਕਟ ਟੈਂਸ ਸੀ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਕਿਹੜਾ ਸੀ, ਪ੍ਰੈਜ਼ੈਂਟ ਪਰਫੈਕਟ, ਤਾਂ ਉਹ ਪ੍ਰੋਪਰਲੀ ਸਮਝ ਆਇਆ ਹੋਊਗਾ। ਅਗਰ ਫਿਰ ਵੀ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਪ੍ਰੋਪਰਲੀ ਅਗਰ ਤੁਸੀਂ ਚਾਹੁੰਦੇ ਹੋ ਫਰਦਰ ਵੀਡੀਓਜ਼ ਨੂੰ ਦੇਖਣਾ ਤੇ ਇੰਗਲਿਸ਼ ਨੂੰ ਪ੍ਰੋਪਰਲੀ ਸਿੱਖਣਾ। ਸਪੈਸ਼ਲੀ ਰਾਜੇ ਇਹ ਜਿੰਨਾ ਵੀ ਕੁਛ ਜਿੰਨੇ ਟੈਂਸਸ ਮੈਂ ਤੁਹਾਨੂੰ ਕਰਵਾਏ ਆ ਸਾਰੇ ਐਕਸਪੈਰੀਮੈਂਟਡ ਹੈ। ਰੀਸੈਂਟ ਰਿਜ਼ਲਟਸ ਦੇ ਵਿੱਚ ਤੁਸੀਂ ਮੰਨੋਗੇ ਨਹੀਂ ਕਿ ਜਿਹੜੇ ਮੇਰੇ ਸਟੂਡੈਂਟਸ ਆ ਉਹਨਾਂ ਨੇ 4.5 ਬੈਂਡ ਸਕੋਰਸ ਤੋਂ 6.5 ਬੈਂਡ ਸਕੋਰਸ ਦਾ ਟਾਰਗੇਟ ਹੈ ਜਿਹੜਾ ਅਚੀਵ ਕੀਤਾ, ਨਾਟ ਓਨਲੀ ਇਨ ਸਪੀਕਿੰਗ ਬਟ ਆਲਸੋ ਇਨ ਰਾਈਟਿੰਗ। ਕਿਉਂਕਿ ਰਾਈਟਿੰਗ ਔਰ ਸਪੀਕਿੰਗ ਦੇ ਵਿੱਚ ਜਿਹੜੀ ਮੇਰੀ ਵੀਡੀਓਜ਼ ਨੂੰ ਫੋਲੋ ਕਰ ਰਹੇ ਹੋ ਗਰੰਟਿਡ ਬੈਂਡ ਸਕੋਰ ਬੂਸਟ ਹੋਣਗੇ, ਕਿਉਂਕਿ ਜਿੰਨਾ ਵੀ ਮੈਂ ਪੋਰਸ਼ਨ ਕਰਾਇਆ ਸਾਰਾ ਐਕਸਪੈਰੀਮੈਂਟਡ ਹੈ। ਮੈਂ ਕੋਈ ਵੀ ਪੋਰਸ਼ਨ ਤੁਹਾਨੂੰ ਨਿਊ ਨਹੀਂ ਕਰਵਾ ਰਹੀ, ਕਿਉਂਕਿ ਜਿੰਨੇ ਵੀ ਮੇਰੇ ਸਟੂਡੈਂਟਸ ਸਕਸੈਸ ਹੋ ਚੁੱਕੇ ਆ ਉਹਨਾਂ ਤੋਂ ਮੈਨੂੰ ਕਲੂ ਮਿਲੇ ਆ ਤੇ ਉਹਨਾਂ ਤੇ ਮੈਂ ਐਕਸਪੈਰੀਮੈਂਟ ਕਰ ਚੁੱਕੀ ਹਾਂ, ਜਿਹਦੇ ਤਰੀਕੇ ਦੇ ਨਾਲ ਉਹਨਾਂ ਦੀ ਬਹੁਤ ਸਾਰੀਆਂ ਇੰਪਰੂਵਮੈਂਟਸ ਆਈਆਂ ਨੇ। ਤੇ ਹੋਪ ਕਰਦੀ ਹਾਂ ਅਗਰ ਤੁਸੀਂ ਵੀ ਫੋਲੋ ਕਰੋਗੇ ਡੈਫੀਨੇਟਲੀ ਤੁਹਾਡਾ ਬਹੁਤ ਅੱਛਾ ਰਿਜ਼ਲਟ ਆਊਗਾ ਤੇ ਤੁਹਾਡੇ ਬੈਂਡ ਸਕੋਰ ਵੀ ਬੂਸਟ ਹੋਣਗੇ ਤੇ ਆਲਮੋਸਟ ਤੁਹਾਡੀ ਜਿਹੜੀ ਇੰਗਲਿਸ਼ ਦੀ ਪ੍ਰੈਪਰੇਸ਼ਨ ਹੈ ਉਹ ਵੀ ਕਲੀਅਰ ਹੋਊਗੀ। ਥੈਂਕ ਯੂ ਸੋ ਮਚ।